ये मैं ਤੁਹਾਨੂੰ पढ़ के सुना रहा। केजरीवाल का एफीडेविट ਉਹਦੀ लैटर पैड ते लैटर के मजीठिया जी मैं गोडे टेक दिते, मैं हाथ जोड़ रहा। जो मैं थोड़े खिलाफ बोलिया कि तुसी नशे दे तस्कर हो, मैनू माफ करो, मैं ये सारे एलीगेशन वापस ले रहा। ਜਿਹੜੇ लैंडलैस लेबरर है ਉਹਨਾਂ ਦੇ ਵੀ ਅਸੀਂ ਕਰਜ਼ੇ ਮਾਫ ਕੀਤੇ ਹੈ। 25,000 तक ਦਾ ਉਹਨਾਂ ਦਾ ਕਰਜ਼ਾ ਐਸੀ ਕੋਆਪਰੇਟਿਵ ਸੁਸਾਇਟੀਆਂ ਦਾ ਮਾਫ ਕਰ ਦਿੱਤਾ ਹੈ। ਸ਼ਡਿਊਲ ਕਾਸਟ ਦੇ ਵਿੱਚੋਂ ਜਿਹੜੇ ਲੋਨ ਲਏ ਹੋਏ ਸੀ ਕਾਰਪੋਰੇਸ਼ਨ ਚੋਂ ਉਹ ਮਾਫ ਕਰ ਦਿੱਤੇ ਹੈ। ਇੱਕ 64 ਕਰੋੜ ਰੁਪਇਆ ਹੋਰ ਹੈ ਜਿਹੜਾ ਕਿ ਓਨ ਫੰਡ ਕੋਆਪਰੇਟਿਵ ਸੁਸਾਇਟੀਆਂ ਹੈ ਜਿਹਦੇ ਵਿੱਚ ਗਰੀਬ ਲੋਕਾਂ ਦੇ ਖੇਤ ਮਜ਼ਦੂਰਾਂ ਦੇ ਜਾਂ ਮਜ਼ਦੂਰਾਂ ਦੇ ਕਰਜ਼ੇ ਹੈ ਉਹ ਵੀ ਅਸੀਂ ਮਾਫ ਕਰਨ ਜਾ ਰਹੇ ਹਾਂ। ਓਨ ਫੰਡ ਸੁਸਾਇਟੀਆਂ ਇਹਦਾ ਮਤਲਬ ਇਹ ਹੈ ਕਿ ਜਿਹੜੇ ਸੁਸਾਇਟੀਆਂ ਦੇ ਕਰਜ਼ੇ ਪਹਿਲਾਂ ਸਰਕਾਰ ਦਾ ਪੈਸੇ ਦੇ ਮਾਫ ਕੀਤੇ ਹੈ। ਇੱਕ ਸੁਸਾਇਟੀਆਂ ਦੇ ਕੋਲ ਪੈਸਾ ਪਿਆ ਸੀ, ਉਹਨਾਂ ਨੇ ਵੀ ਕਿਸਾਨਾਂ ਖੇਤ ਮਜ਼ਦੂਰਾਂ ਨੂੰ ਕਰਜ਼ਾ ਦਿੱਤਾ ਹੋਇਆ। ਅਸੀਂ ਉਹ ਵੀ ਪੰਜਾਬ ਸਰਕਾਰ ਵੱਲੋਂ ਭਰਪਾਈ ਕਰ ਰਹੇ। लगभग 64 करोड़ रुपया वो है। सो इस करके किसानों ते खेत मजदूरों मैं बधाई देना चाहता कि पंजाब सरकार ने उन्हों का कर्जा चुक्या। इस तो बाद जिहड़े होर कर्जे है उन्होंने बारे उस तो बाद विचार किया जाएगा। कैबिनेट दे विच कल फैसला लिया गया है कि जनरल कैटागरी कमीशन पंजाब सरकार ने बनाने का फैसला लिया है ਜਿਹੜਾ ਕਿ ਕੈਬਨਿਟ ਦੇ ਵਿੱਚ ਪਾਸ ਹੋ ਗਿਆ। ਕਿਉਂਕਿ ਜਨਰਲ ਕੈਟਾਗਰੀਆਂ ਦੇ ਵਿੱਚ ਵੀ ਗਰੀਬ ਲੋਕ ਹੈ, ਉਹ ਲੋਕ ਹੈ ਜਿਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ, ਜਿਨ੍ਹਾਂ ਨੂੰ ਦੇ ਨਾਲ ਕਈ ਵਾਰ ਅਨਿਆਏ ਹੋ ਜਾਂਦਾ ਹੈ। ਉਹਨਾਂ ਵਾਸਤੇ ਵੀ ਅਸੀਂ ਇੱਕ ਕਮਿਸ਼ਨ ਬਣਾਇਆ ਹੈ ਜਿਹਦਾ ਨਾਮ ਜਨਰਲ ਕੈਟਾਗਰੀ ਕਮਿਸ਼ਨ ਹੈ ਤੇ ਉਹਦੇ ਵਿੱਚ ਉਹ ਅਸੀਂ ਕੱਲ ਪਾਸ ਕਰ ਦਿੱਤਾ ਹੈ। ਲੰਬਰਦਾਰਾਂ ਦਾ ਮਸਲਾ ਬੜੀ ਦੇਰ ਤੋਂ ਚੱਲਿਆ ਆ ਰਿਹਾ ਸੀ ਤੇ ਅਸੀਂ ਇਸ ਦਾ ਹੱਲ ਕਰ ਦਿੱਤਾ ਹੈ। ਉਹਨਾਂ ਦੀ ਡਿਮਾਂਡ ਸੀ ਜੱਦੀ ਕੁਸ਼ਤੀ ਦੀ, ਲੇਕਿਨ ਅਸੀਂ ਇੱਕ ਸਹੀ ਤਰੀਕੇ ਨਾਲ ਉਹਨਾਂ ਨਾਲ ਬੈਠ ਕੇ ਰਸਤਾ ਕੱਢਿਆ ਹੈ। ਹੁਣ ਉਹ 5 ਸਾਲ ਤੱਕ ਸਰਬਰਾਹੀ ਮਤਲਬ ਆਪਣਾ ਚਾਰਜ ਹੈ ਜਿਹੜਾ ਆਪਣੇ ਲੜਕੇ ਨੂੰ ਜਾਂ ਕਿਸੇ ਨੂੰ ਦੇ ਸਕਦੇ ਹੈ ਤੇ ਨਾਲ ਨਾਲ ਜਦੋਂ ਨੈਕਸਟ नंबरदार उन्होंने जगह अपॉइंट होएगा, जेकर उन्होंने डेथ हो जाती है तो ਉਹਦੇ ਵਿੱਚ एक्सपीरियंस ਨੂੰ तरजीह ਦਿੱਤੀ ਜਾਏਗੀ। ਉਹਦੇ ਨਾਲ ਇਹ ਹੈ ਕਿ ਨੰਬਰਦਾਰ ਆਪਣੇ ਲੜਕੇ ਨੂੰ ਆਸਾਨੀ ਨਾਲ ਦੁਬਾਰੇ ਨੰਬਰਦਾਰ ਬਣਾ ਸਕਦੇ ਆ। ਇਹ ਉਹਨਾਂ ਦੀ ਡਿਮਾਂਡ ਸੀ, ਐਸੀ ਸਰਕਾਰ ਨੇ ਪੂਰੀ ਕਰ ਦਿੱਤੀ ਹੈ। ਮੋਟਰ ਵਹੀਕਲ ਐਕਟ ਟੈਕਸ ਵਿੱਚ ਮਿੰਨੀ ਬੱਸਾਂ ਅਤੇ ਟੈਕਸੀਆਂ ਨੂੰ ਕੋਰੋਨਾ टाइम के तहत कल कैबिनेट ਦੇ ਵਿੱਚ ਅਸੀਂ ਪਾਸ की। ਉਹਦੇ ਵਿੱਚੋਂ ਜ਼ਮੀਨ ਲੈ ਕੇ ਉੱਥੇ ਸ਼੍ਰੀ ਭਗਵਤ ਗੀਤਾ ਅਤੇ ਰਮਾਇਣ ਤੇ ਅਧਿਐਨ ਸੈਂਟਰ ਖੋਲ੍ਹਿਆ ਜਾਏਗਾ ਜਿਹਦੀ ਸਾਰੀ ਰੂਪਰੇਖਾ ਬਣ ਗਈ ਹੈ। ਜ਼ਮੀਨ ਸਾਡੀ ਸਰਕਾਰ ਦੀ ਉਹ ਹੈ, ਯੂਨੀਵਰਸਿਟੀ ਦੀ ਹੈ। ਪਟਿਆਲੇ ਦੇ ਵਿੱਚ ਇਹ ਅਧਿਐਨ ਸੈਂਟਰ ਬਣਾਇਆ ਜਾਏਗਾ। ਇਹ ਸਰਕਾਰ ਨੇ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਨੇ क्योंकि ਜਿਹੜੀਆਂ ਪੰਜਾਬੀ ਫਿਲਮਾਂ ਹੈ ਇਹਨਾਂ ਦੀ ਬੜੀ ਮਹੱਤਤਾ ਹੋ ਗਈ ਹੈ। ਪੰਜਾਬੀ ਮਿਊਜ਼ਿਕ ਨੂੰ ਵਰਲਡ ਵਾਈਡ ਪਸੰਦ ਕੀਤਾ ਜਾ ਰਿਹਾ ਹੈ। ਅੱਜ ਕੱਲ ਪੰਜਾਬੀ ਮਿਊਜ਼ਿਕ ਦੇ ਬਿਨਾ ਬਾਲੀਵੁੱਡ ਦੀਆਂ ਫਿਲਮਾਂ ਵੀ ਕਾਮਯਾਬ ਨਹੀਂ ਹੋ ਰਹੀਆਂ। ਇਸ ਲਈ ਇਸ ਨੂੰ बढ़ावा देने ਲਈ ਅਸੀਂ ਇੱਕ ਫਿਲਮ ਐਂਡ ਟੈਲੀਵਿਜ਼ਨ ਡਿਵੈਲਪਮੈਂਟ ਕੌਂਸਲ ਤਿਆਰ ਕੀਤੀ ਹੈ ਜਿਹਦਾ ਕੱਲ ਫੈਸਲਾ ਲਿਆ ਹੈ। ਇਹਦੇ ਵਿੱਚ ਫਿਲਮਾਂ ਬਣਾਉਣ ਵਾਲੇ ਐਕਟਰ, ਪ੍ਰਮੋਟਰ, ਡਾਇਰੈਕਟਰ ਇਹਨਾਂ ਨੂੰ ਜਿਸ ਤਰ੍ਹਾਂ ਪੰਜਾਬ ਆਰਟਸ ਕੌਂਸਲ ਹੈ ਇਹ ਪੰਜਾਬ ਦੇ ਵਿੱਚ ਫਿਲਮ ਐਂਡ ਟੈਲੀਵਿਜ਼ਨ ਡਿਵੈਲਪਮੈਂਟ ਕੌਂਸਲ ਪੰਜਾਬ ਸਰਕਾਰ ਬਣਾਉਣ ਜਾ ਰਹੀ ਹੈ। ਕੱਲ ਇਹਦਾ ਅਸੀਂ ਫੈਸਲਾ ਕਰ ਲਿਆ ਤੇ ਇਹ
ਇਸੇ 10 ਦਿਨਾਂ ਦੇ ਵਿੱਚ ਅਸੀਂ ਇਸ ਨੂੰ ਬਣਾ ਦਾਂਗੇ। ਇੱਕ ਵਨ ਟਾਈਮ ਸੈਟਲਮੈਂਟ ਫॉर PSIES इंडस्ट्रीयल पार्क्स वास्ते ऐसी स्कीम लेके आए हैं कि जिहड़ी है लागू करती है। कल कैबिनेट की मीटिंग दे विच पास कर दिता गया। इस तो अलावा बिक्रमजीत सिंह मजीठिया ते FIR दर्ज की गई है। उसदे बारे मैं आप जी नूं दस देना चाहुंदा कि पंजाब दे विच श्रोमणी अकाली दल की सरकार ते BJP की सरकार के समय दे विच जिस तरीके नाल नशे फैले, जिस तरीके दे नाल साडे नौजवानां दी जिंदगियां दे नाल खिलवाड़ होया, मावां दी भुੱਖਾਂ रुड़ियां ते पंजाब नूं उड़ता पंजाब तक दे मेहणे सहणे पे। उहदे विच बहुत ही सानू मुसीबतां एक किस्म दी पंजाब ते पै गईयां कि पंजाब की अर्थ व्यवस्था बिगड़ लग गई, पंजाब का नौजवान खराब होने लग गया, नौजवानी गल गई, जिहदे करके लोकां दे विच रोस और उस समय दे जिहड़े लोकां ने तस्करी कीती उन्हां ते कार्रवाइयां नहीं होईयां। मैं ते साडी कैबिनेट पंजाब सरकार ने ਇਹਦੇ ਤੇ एक्शन लेना शुरू किया है, लेकिन कोर्टां दे राहीं जिहड़ी कार्रवाई है वो हो रही है। सब तो पहला तो मैं अपने आप को कन्विंस करिया कि किसी ते भी कोई नजायज ना होवे। इसलिए पहला मैं अपने आप को पूछया ते अपने अफसरां नूं पूछया, अपने आप को इस गल ते लेके आया मैं हर गल का पता करके कि क्या ऐसी जो कर रहे हो सही है कि नहीं, क्योंकि आखिर नूं हर किसी ने अपने इखलाक नाल भुरना हुंदा है, आखिर नूं हर किसी ने अपनी जमीर दे नाल चलना हुंदा है। इस करके पहला मैं पता किया कि असलियत क्या है। जब मैं आप कन्विंस हो गया कि वाकई इन्हां लोकां दी इन्वॉल्वमेंट रही है, इन्हां लोकां ने पंजाब दे विच नशे फैलाए है, इन्हां ने पंजाब दे विच ये सारा कुछ कीता है, पंजाब दी जवानी दा घाण कीता है, तां असीं इस मसले नूं चुक्किया, तां असीं इस मसले ते अगे वधे। पहला अपनी जमीर दी आवाज़ सुनी है, पहला अपने आप नूं कन्विंस कीता है कि वाकई ये लोग जिहड़े है ਜ਼ਿੰਮੇਵਾਰ है पंजाब नूं बदनाम करन लई ते पंजाब दी नौजवानी गालण लई। उस तो बाद ही असीं इस रास्ते ते अगे तुरे। तो ये कोई केस कांग्रेस पार्टी दा जां कांग्रेस सरकार दा बनाया होया नहीं है। ये केस 2013 दे विच प्रकाश सिंह बादल ते BJP दी सरकार दे समय उजागर होया है। 6000 करोड़ रुपये का ड्रग माफिया ते ड्रग स्कैंडल फड़िया गया है 2013 दे विच। भोला ते होर बंदे इहदे विच मुलजिम बने हैं ते उसे समय पंजाब पुलिस दे विच एक जिमनी लिखी गई है। जिमनी एक डॉकूमेंट हुंदा है, पंजाबी च उहनूं जिमनी कहंदे हैं, जिहड़ा कि दोषी के खिलाफ लिखिया जाता है केसां दे विच। ਉਹਦੇ ਵਿੱਚ बिक्रमजीत सिंह मजीठीए ਨੂੰ जिमनी ਦੇ ਵਿੱਚ ਇਹਦਾ ਨਾਮ ਆਇਆ ਹੈ ਕਿ ਇਹ ਵੀ ਇਹਨਾਂ ਗੱਲਾਂ ਦੇ ਵਿੱਚ ਇਨਵੋਲਵ ਹੈ। ਉਸ ਤੋਂ ਅੱਗੇ ਗੱਲ ਵਧੀ ਹੈ। ਫਿਰ ਭੋਲਾ ਨਾਮ ਦਾ ਜਿਹੜਾ ਇਹਦੇ ਵਿੱਚ ਤਸਕਰ ਮੰਨਿਆ ਗਿਆ, ਜਿਹਦੇ ਖਿਲਾਫ ਕੇਸ ਚੱਲ ਰਹੇ ਹੈ, ਜਿਹੜਾ ਜੇਲ੍ਹ ਵਿੱਚ ਹੈ, ਉਸ ਨੇ ਲਾਈਵ ਹੋ ਕੇ ਮੋਹਾਲੀ ਕੋਰਟ ਦੇ ਵਿੱਚ ਪ੍ਰੈਸ ਨੂੰ ਬਿਆਨ ਦਿੱਤਾ कि ये सारा कुछ करता धरता जिहड़ा है वो बिक्रमजीत सिंह मजीठिया है। गल इत्थे रुकी नहीं है। उस तो बाद ईडी कोल मजीठिया दा रोल सामने आया। ईडी ने पूरे विस्तार दे विच इन्हां दे रोल नूं दर्शाया ते इन्हां नूं बार-बार बुला के सारी रिपोर्टां लईआं गईआं ते ईडी ने भी इन्हां नूं दोषी पाया। उस तो बाद ਇਹ ਗੱਲ ਇੱਥੇ ਵੀ नहीं रुकी। कोर्ट दे विच
ਨਵਕਿਰਨ ਸਿੰਘ ਜਿਹੜੇ ਹਿਊਮਨ ਰਾਈਟਸ ਵਾਸਤੇ ਲੜਦੇ ਹੈ, ਉਹਨਾਂ ਨੇ ਕੋਰਟ ਦੇ ਵਿੱਚ ਕੇਸ ਪਾਇਆ ਕਿ ਜੀ ਈਡੀ ਕੋਲ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਆਇਆ ਹੈ, ਪੰਜਾਬ ਦੀ ਪੁਲਿਸ ਕੋਲ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਆਇਆ ਹੈ। ਇਹ ਅਕਾਲੀ ਦਲ ਦੇ ਟਾਈਮ ਹੋਇਆ, ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਟਾਈਮ ਹੋਇਆ ਕਿ ਫਿਰ ਸਰਕਾਰ ਇਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੀ। ਇਹਦੇ ਉੱਤੇ ਇਹ ਸੱਤਾ ਪਿੰਡੀ ਹੋਰ ਸਾਰੇ ਫਰਾਰ ਹੋਏ ਦੇ ਵਿੱਚ, ਜਿਹੜੇ ਕਿ ਇਹਦੇ ਆਪਣੇ ਬੰਦੇ ਜਿਹੜੇ ਇਹਦੇ ਘਰ ਰਹਿੰਦੇ ਰਹੇ, ਜਿਹਨੂੰ ਇਹਨਾਂ ਨੇ ਸਿਕਿਉਰਟੀਆਂ ਪ੍ਰੋਵਾਈਡ ਕਰੀਆਂ, ਆਪਣੀਆਂ ਜਿਪਸੀਆਂ ਦਿੱਤੀਆਂ, ਆਪਣੇ ਘਰ ਰੱਖੇ, ਉਹ ਲੋਕ ਅੱਜ ਫਰਾਰ ਹੈ, ਉਹਨਾਂ ਨੂੰ ਫੜਿਆ ਨਹੀਂ ਗਿਆ। ਤੇ ਨਵਕਿਰਨ ਸਿੰਘ ਦੀ ਜਿਹੜੀ ਕੋਰਟ ਵਿੱਚ ਉਹਨਾਂ ਨੇ ਕੇਸ ਪਾਇਆ, ਉਹਦੇ ਉੱਤੇ ਐਸਟੀਐਫ ਪੰਜਾਬ ਨੂੰ ਇੱਕ ਰਿਪੋਰਟ ਦੇਣ ਵਾਸਤੇ ਕਿਹਾ ਗਿਆ। ਇਹ ਕੋਰਟ ਦੇ ਮਸਲੇ ਹੈ, ਕੋਰਟ ਹਾਈ ਕੋਰਟ ਨੇ ਕਿਹਾ, ਉਹਦੇ ਵਿੱਚ ਹਾਈ ਕੋਰਟ ਦੇ ਕਹਿਣ ਤੇ ਐਸਟੀਐਫ ਪੰਜਾਬ ਨੇ ਸਿੱਧੂ ਜੀ ਦੇ ਏਡੀਜੀਪੀ ਹੈ, ਇੰਚਾਰਜ ਹੈ, ਉਹਨਾਂ ਨੇ ਇੱਕ ਰਿਪੋਰਟ ਦਿੱਤੀ ਕਿ ਜੀ ਆਹ ਰਿਪੋਰਟ ਹੈ, ਹਾਈ ਕੋਰਟ ਦੇ ਵਿੱਚ ਸਬਮਿਟ ਕਰਾਤੀ। ਇਹ 2017 ਦੀ ਗੱਲ ਹੈ, ਅੱਜ ਦੀ ਗੱਲ ਨਹੀਂ ਹੈ। ਅਕਾਲੀ ਦਲ ਦੀ ਸਰਕਾਰ ਦੇ ਵਿੱਚ ਪਹਿਲਾਂ ਸਾਰਾ ਕੁਝ ਹੋਇਆ, ਉਸ ਤੋਂ ਬਾਅਦ 2017 ਚ ਹਾਈ ਕੋਰਟ ਨੇ ਰਿਪੋਰਟ ਲਈ, ਹਾਈ ਕੋਰਟ ਦੇ ਵਿੱਚ ਰਿਪੋਰਟ ਗਈ, ਉਸ ਤੋਂ ਬਾਅਦ ਅੱਜ ਤੱਕ ਸਾਡੀ ਪਿਛਲੀ ਸਰਕਾਰ ਕੈਪਟਨ ਸਾਹਿਬ ਹੋਰਾਂ ਨੇ, ਸਾਡੇ ਐਡਵੋਕੇਟ ਜਨਰਲ ਨੇ ਇਸ ਦੀ ਸਹੀ ਪੈਰਵਾਈ ਨਾ ਕਰਕੇ ਉਹ ਰਿਪੋਰਟ ਨੂੰ ਖੁਲਵਾਇਆ ਨਹੀਂ, ਲਾਗੂ ਨਹੀਂ ਕਰਾਇਆ। ਹੁਣ ਜਦੋਂ ਸਰਕਾਰ ਬਦਲੀ, ਸਾਡੇ ਵਕੀਲਾਂ ਨੇ ਪੈਰਵਾਈ ਕੀਤੀ, ਤਾਂ ਹਾਈ ਕੋਰਟ ਨੇ ਕਿਹਾ ਕਿ ਤੁਹਾਨੂੰ ਕੋਈ ਰੋਕ ਨਹੀਂ ਹੈ, ਤੁਸੀਂ ਕਾਰਵਾਈ ਕਰ ਸਕਦੇ ਹੋ। ਹਾਈ ਕੋਰਟ ਨੇ ਕੋਰਟ ਦੇ ਵਿੱਚ ਆਰਡਰ ਕੀਤੇ ਹੈ। ਹਾਈ ਕੋਰਟ ਦੇ ਕਹਿਣ ਤੇ ਇਹ ਐਸਟੀਐਫ ਦੀ ਰਿਪੋਰਟ ਜਿਹੜੀ ਖੋਲੀ ਗਈ ਹੈ, ਜਦ ਖੋਲ ਕੇ ਦੇਖਿਆ ਤਾਂ ਉਹਦੇ ਚ ਭੰਡਾਰਾ ਜਿਹੜਾ ਉਹ ਬਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਹੈ। ਰਿਪੋਰਟ ਦੇ ਵਿੱਚ ਕਿਹਾ ਗਿਆ ਹੈ, ਮੇਰੀ ਰਿਪੋਰਟ ਨਹੀਂ ਹੈ, ਹਾਈ ਕੋਰਟ ਦੀ ਰਿਪੋਰਟ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਐਨਫ ਐਵੀਡੈਂਸ ਹੈ, ਇਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਹੀ ਰਿਪੋਰਟ ਟੋਟਲ SCFIR ਦੇ ਵਿੱਚ ਕਨਵਰਟ ਕਰਕੇ ਪਰਚਾ ਦਰਜ ਕੀਤਾ ਹੈ, ਉਸ ਦੀ ਕਾਰਵਾਈ ਅੱਗੇ ਚੱਲ ਰਹੀ ਹੈ। ਇਹ ਲੜਾਈ ਇੱਕ ਵੱਡੀ ਲੜਾਈ ਹੈ, ਇਹਦੇ ਵਿੱਚ ਵੱਡੇ ਮਗਰਮੱਛ ਹੈ ਤੇ ਵੱਡੀਆਂ ਤਾਕਤਾਂ ਹੈ। ਵੱਡੀਆਂ ਤਾਕਤਾਂ ਦੇ ਸਾਹਮਣੇ ਸਾਨੂੰ ਆਪਣੇ ਆਪ ਨੂੰ ਤਕੜਾ ਕਰਕੇ ਚਟਾਨ ਵਾਂਗੂ ਖੜਨਾ ਪੈ ਰਿਹਾ ਹੈ, ਕਿਉਂਕਿ ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਨੇ। ਜਿਨ੍ਹਾਂ ਇਹ ਸੇਵਾ ਵਿੱਚ ਪੈਰ ਪਾਇਆ, ਉਹਨਾਂ ਲੱਖ ਮੁਸੀਬਤਾਂ ਕਹਾਣੀਆਂ ਨੇ। ਜੇ ਉਦਮ ਸਿੰਘ ਜੀ ਸਾਡੇ ਵਾਸਤੇ ਕੁਰਬਾਨੀਆਂ ਕਰ ਸਕਦੇ, ਜੇ ਸਾਨੂੰ ਭਗਤ ਸਿੰਘ ਜੀ ਇੱਕ ਰਾਸਤਾ ਦਿਖਾ ਕੇ ਜਾ ਸਕਦੇ, ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਦੇਸ਼ ਵਿਰੋਧੀ, ਸਮਾਜ ਵਿਰੋਧੀ ਤਾਕਤਾਂ ਦੇ ਖਿਲਾਫ ਤਕੜੇ ਹੋ ਕੇ ਖੜੀਏ। ਮੈਂ ਗਰੀਬ ਪਰਿਵਾਰ ਚੋਂ ਪੈਦਾ ਹੋਇਆ, ਲੇਕਿਨ ਨਾ ਮੈਨੂੰ ਪੈਸੇ ਦੀ ਲੋੜ ਹੈ, ਨਾ ਮੈਨੂੰ ਤਾਕਤ ਦੀ ਭੁੱਖ ਹੈ। ਸਿਰਫ ਤੇ ਸਿਰਫ ਜੇ ਇਸ ਲੜਾਈ ਵਿੱਚ ਕੁੱਦੇ ਹੈ ਤਾਂ ਪੰਜਾਬ ਦੀ ਜਵਾਨੀ ਵਾਸਤੇ ਕੁੱਦੇ ਹੈ, ਜੇ ਇਸ ਲੜਾਈ ਦੇ ਵਿੱਚ ਕੁੱਦੇ ਹੈ ਤਾਂ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਵਾਸਤੇ ਕੁੱਦੇ ਹੈ, ਜੇ ਇਸ ਲੜਾਈ 'ਚ ਕੁੱਦੇ ਹੈ ਤਾਂ ਸਮਾਜ ਦੇ ਸੁਧਾਰ ਵਿੱਚ ਵਾਸਤੇ ਕੁੱਦੇ ਹੈ। ਸਾਨੂੰ ਕੋਈ ਪਰਵਾਹ ਨਹੀਂ ਹੈ, ਕੋਈ ਖਤਰਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਆਪਣੇ ਇਰਾਦਿਆਂ ਤੋਂ ਰੋਕ ਨਹੀਂ ਸਕਦਾ। ਮੈਂ ਆਪਣੇ ਉਹਨਾਂ ਨੌਜਵਾਨਾਂ ਨੂੰ ਬਹੁਤ ਪਸੰਦ ਕਰਦਾ ਜਿਹੜੇ ਫੋਟੋ ਭਗਤ ਸਿੰਘ ਦੀ ਲਗਾ ਕੇ ਰੱਖਦੇ, ਕਿਉਂਕਿ ਉਹਨਾਂ 'ਚ ਕੋਈ ਖੋਟ ਨਹੀਂ ਹੁੰਦੀ। ਮੈਂ ਉਸ ਭਗਤ ਸਿੰਘ ਤੋਂ ਇਨਸਪੀਰੇਸ਼ਨ ਲੈ ਰਿਹਾ, ਕਿਉਂਕਿ ਸਾਡਾ ਫਰਜ਼ ਬਣਦਾ ਹੈ ਜਿਹੜਾ ਸਾਡੀਆਂ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ, ਕਿਉਂਕਿ ਉਹਦੇ ਆਪਣੇ ਰਿਸ਼ਤੇਦਾਰ ਹੋਮ ਮਿਨਿਸਟਰ ਸੀ, ਉਹਦਾ ਆਪਣਾ ਰਿਸ਼ਤੇਦਾਰ ਮੁੱਖ ਮੰਤਰੀ ਸੀ, ਇਸ ਕਰਕੇ ਉਹਨਾਂ ਨੇ ਇਸ ਬੰਦੇ ਤੇ ਕਾਰਵਾਈ ਨਹੀਂ ਕੀਤੀ। ਅਜਿਹੇ ਇੱਕ ਨਹੀਂ ਹੋਰ ਵੀ ਨਿਕਲਣਗੇ। ਆਪਣੇ ਰਿਸ਼ਤੇਦਾਰ ਨੂੰ ਬਚਾਇਆ ਗਿਆ ਹੈ, ਸਰਪ੍ਰਸਤੀ ਦਿੱਤੀ ਗਈ ਹੈ, ਤੇ ਅੱਜ ਪੰਜਾਬ ਇਹਨਾਂ ਨੇ ਬਦਨਾਮ ਕੀਤਾ ਸੀ। ਉਸ ਗੱਲ ਨੂੰ ਅੱਗੇ ਲੈ ਕੇ ਆਉਣਾ ਹੈ। ਅੱਗੇ ਨੂੰ ਉਹ ਲੋਕ ਜਿਹੜੇ ਪੰਜਾਬ ਦੇ ਵਿੱਚ ਅਜੇ ਵੀ
ਨਸ਼ਿਆਂ ਦੀ ਤਸਕਰੀ ਕਰਦੇ ਆ, ਉਹਨਾਂ ਨੂੰ ਵੀ ਇੱਕ ਸਭ ਕਰ ਉਹ ਸਿਖਾਉਣਾ ਹੈ। ਜਿਹੜੇ ਨਸ਼ੇ ਕਰਦੇ ਆ ਥੋੜੇ ਥੋੜੇ ਬੱਚਿਆਂ ਨੂੰ ਲਗਾਤਾ, ਜਿਹਨਾਂ ਦੀ ਜਵਾਨੀਆਂ ਗਾਲਤੀਆਂ, ਉਹਨਾਂ ਨੂੰ ਫੜ ਕੇ ਅੰਦਰ ਲਈ ਜਾਂਦੇ ਆ। ਅਸੀਂ ਉਹਦਾ ਨਹੀਂ ਤਾਂ ਮਜਬੂਰੀ ਬੜੀ ਵੀ ਹੈ ਕਿ ਜੀ ਉਹ ਨਸ਼ਾ ਕਰਨਾ ਪੈ ਰਿਹਾ ਉਹਨਾਂ ਨੂੰ, ਕਿਉਂਕਿ ਉਹਨਾਂ ਦੀ ਲੱਤ ਲੱਗ ਗਈ ਹੈ ਸਰੀਰ ਨੂੰ। ਉਹਨਾਂ ਨੂੰ ਤਾਂ ਸਹਿਨ ਬੁੱਧੀ ਦੇ ਨਾਲ ਅਸੀਂ ਆਪਣੇ ਹਸਪੀਟਲ ਜਾ ਕੇ ਠੀਕ ਕਰਾਣਾ ਹੈ। ਫੜਨਾ ਤਾਂ ਇਹਨਾਂ ਲੋਕਾਂ ਨੂੰ ਹੈ ਜਿਨ੍ਹਾਂ ਨੇ ਸਾਰਾ ਕੁਝ ਕਰਾਇਆ ਹੈ। ਇਸ ਕਰਕੇ ਔਰ ਫਿਰ ਮੈਂ ਤੁਹਾਨੂੰ ਇਸ ਤੋਂ ਅੱਗੇ ਵੀ ਗੱਲ ਕਰਨਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਵਾਲੇ ਅੱਜ ਕਹਿੰਦੇ ਆ ਜੀ ਇਹ ਤਾਂ ਡਰਾਮਾ ਕਰਤਾ। ਮੈਂ ਕਹਿੰਦਾ ਇਹ ਜਿਹਾ ਡਰਾਮਾ ਕਰਕੇ ਦੇਖੋ, ਕੋਈ ਪਤਾ ਲੱਗੇਗਾ ਨਾ ਵੀ ਕਿਆ ਭਾਅ ਵਿਕਦੀ ਹੈ ਤੇ ਕਿਸ ਤਰ੍ਹਾਂ ਖੜਨਾ ਪੈਂਦਾ, ਕਿਸ ਤਰ੍ਹਾਂ ਪੁਲਿਸ ਅਫਸਰਾਂ ਨੂੰ ਖਿਡਾਉਣਾ ਪੈਂਦਾ ਹੈ, ਕਿਸ ਤਰੀਕੇ ਦੇ ਨਾਲ ਅਗਲੇ ਕਰੋੜਾਂ ਅਰਬਾਂ ਰੁਪਈਆ ਆਫਰ ਕਰਦੇ ਆ, ਕਿਸ ਤਰੀਕੇ ਦੇ ਨਾਲ ਦਬਕੇ ਵੱਜਦੇ ਸਾਡੇ ਅਫਸਰਾਂ ਨੂੰ। ਇਹ ਤਾਂ ਕੇਜਰੀਵਾਲ ਆ ਕੇ ਦੇਖੇ, ਕੇਜਰੀਵਾਲ ਨੂੰ ਤਾਂ ਇੱਕੋ ਦਬਕਾ ਵੱਜਿਆ ਸੀ। ਆ ਉਹਦਾ ਐਫੀਡੇਵਿਟ ਹੈ, ਮਾਫੀਨਾਮਾ, ਜਿਹੜਾ ਉਹਨੇ ਕੋਰਟ ਦੇ ਵਿੱਚ ਜਮ੍ਹਾਂ ਕਰਾਇਆ। ਮੈਂ ਆਪ ਜੀ ਨੂੰ ਜਾਣਕਾਰੀ ਵਾਸਤੇ ਪੜ੍ਹ ਕੇ ਸੁਣਾ ਰਿਹਾ। ਆਮ ਆਦਮੀ ਪਾਰਟੀ ਦਾ ਜਿਹੜਾ ਕਰਤਾ ਧਰਤਾ ਕੇਜਰੀਵਾਲ ਇਸੇ ਮਜੀਠੀਏ ਤੋਂ ਮਾਫੀ ਮੰਗ ਕੇ ਭੱਜ ਗਿਆ ਸੀ। ਇਹ ਭਗੌੜਾ ਹੈ। ਭਗਵੰਤ ਮਾਨ ਵਰਗਿਆਂ ਨੇ ਇਸ ਨੂੰ ਸ਼ਹਿ ਦਿੱਤੀ ਨਾਲ। ਜਿਹੜਿਆਂ ਦੇ ਵਿੱਚ ਥੋੜੇ ਬਹੁਤੇ ਦੇਸ਼ ਪ੍ਰਸਤੀ ਦੇ ਕਣ ਸੀ, ਉਹ 10 ਐਮਐਲਏ ਇਸ ਨੂੰ ਇਸ ਕਰਕੇ ਛੱਡ ਕੇ ਚਲੇ ਗਏ ਕਿ ਸਾਡੇ ਨੌਜਵਾਨਾਂ ਦੀ ਜਵਾਨੀ ਗਲਦੀ ਦੇਖ ਕੇ ਤੈਨੂੰ ਜ਼ਿਆਦਾ ਪਿਆਰੀ ਹੋਗੀ ਦਿੱਲੀ ਦਾ ਮੁੱਖ ਮੰਤਰੀ ਬਣਨਾ। ਤੂੰ ਡਰ ਗਿਆ, ਤੂੰ ਖੜ ਨਹੀਂ ਸਕਿਆ ਸਾਹਮਣੇ। ਪਹਿਲਾਂ ਦਗਮਜੇ ਮਾਰਦੇ ਸੀ ਚੋਣਾਂ ਤੋਂ ਪਹਿਲਾਂ ਵੋਟਾਂ ਲੈਣ ਨੂੰ। ਜਦ ਵੋਟਾਂ ਖਤਮ ਹੋ ਗਈਆਂ ਤਾਂ ਆ ਮਾਫੀਨਾਮਾ ਕੇਜਰੀਵਾਲ ਨੇ ਕੋਰਟ ਵਿੱਚ ਦਿੱਤਾ। ਲੈਟਰ ਹੈ ਉਹਦਾ, ਲੈਟਰ ਹੈਡ ਤੇ ਆ ਮੈਂ ਹੁਣ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ। ਆਮ ਆਦਮੀ ਪਾਰਟੀ ਦਾ ਲੈਟਰ ਹੈਡ ਹੈ, ਕੇਜਰੀਵਾਲ ਦੇ ਦਸਤਖਤ ਹੈ। ਸਬਜੈਕਟ retraction of allegations made against you and an offer of regret। ਕਹਿੰਦਾ ਜੀ ਜਿਹੜੇ ਮੈਂ ਤੁਹਾਡੇ ਪਰ ਐਲੀਗੇਸ਼ਨ ਲਗਾਏ ਐ ਉਹਨਾਂ ਨੂੰ ਵਾਪਸ ਲੈ ਰਿਹਾ, ਉਹਨਾਂ ਤੋਂ ਵਾਪਸ ਘੁੰਮ ਰਿਹਾ, ਗੋਡੇ ਟੇਕ ਰਿਹਾ ਆਪਣੇ, ਔਰ ਮੈਂ ਤੁਹਾਤੋਂ ਮਾਫੀ ਮੰਗ ਰਿਹਾ। ਇਹ ਮਜੀਠੀਏ ਨੂੰ ਲਿਖ ਰਿਹਾ ਹੈ ਕੇਜਰੀਵਾਲ, ਔਰ ਇਹ ਕੋਰਟ ਦੀ ਡਾਕੂਮੈਂਟ ਹੈ, ਅੰਮ੍ਰਿਤਸਰ ਕੋਰਟ ਚੋਂ ਕਢਾਇਆ ਗਿਆ ਹੈ। ਇਹ ਤੁਹਾਡੇ ਸਾਹਮਣੇ ਕਰ ਰਹੇ ਹਾਂ। ਕੇਜਰੀਵਾਲ ਤੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦਾ ਕਿਰਦਾਰ, ਜਿਹੜੇ ਸਾਡੇ ਨੌਜਵਾਨਾਂ ਨੂੰ ਕਹਿ ਰਹੇ ਆ ਕਿ ਜੀ ਅਸੀਂ ਤੁਹਾਡੀ ਰਾਖੀ ਕਰਾਂਗੇ, ਅਸੀਂ ਤੁਹਾਡੇ ਵਾਸਤੇ ਲੜਾਂਗੇ, ਅਸੀਂ ਤੁਹਾਡੇ ਵਾਸਤੇ ਮਰਾਂਗੇ, ਉਹ ਆ ਮਾਫੀਆ ਮੰਗ ਕੇ ਭੱਜੇ ਆ ਪੰਜਾਬ ਚੋਂ। ਇਹ ਮੈਂ ਤੁਹਾਨੂੰ ਦੇਣ ਵਾਸਤੇ ਪੜ੍ਹ ਰਿਹਾ। In the recent past, I made certain statements and allegations against you। ਮਤਲਬ ਮਜੀਠੀਆ, ਮੈਂ ਤੁਹਾਡੇ ਪਿਛਲੇ ਸਮੇਂ ਦੇ ਵਿੱਚ ਤੁਹਾਡੇ ਖਿਲਾਫ ਗਲਤੀ ਨਾਲ ਬੋਲ ਗਿਆ, ਬਹੁਤ ਸਾਰੇ ਸ਼ਬਦ ਤੁਹਾਡੇ ਪਰ ਐਲੀਗੇਸ਼ਨ ਲਗਾਏ। ਮਜੀਠੀਆ ਨੂੰ ਕੇਜਰੀਵਾਲ ਕਹਿ ਰਿਹਾ ਹੈ regarding your alleged involvement in drug trade, these statements became a political issue. Now I have learnt that allegations are unfounded. Hence there should be no politics on such issues. Because of my allegations made against you at various political rallies, public meetings, TV programs, print, electronic and social media, you filed a defamation case against us in the Honorable Court at Amritsar. I hereby withdraw all my statements and allegations made against you and apologize for the same. शर्मनाक गल, I hereby withdraw ਇਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ। ਕੇਜਰੀਵਾਲ ਦਾ ਐਫੀਡੇਵਿਟ, ਉਹਦੀ ਲੈਟਰ ਪੈਡ ਤੇ ਲੈਟਰ ਕਿ ਮਜੀਠੀਆ ਜੀ ਮੈਂ ਗੋਡੇ ਟੇਕ ਦਿੱਤੇ, ਮੈਂ ਹੱਥ ਜੋੜ ਰਿਹਾ। ਜੋ ਮੈਂ ਤੁਹਾਡੇ ਖਿਲਾਫ ਬੋਲਿਆ ਕਿ ਤੁਸੀਂ ਨਸ਼ੇ ਦੇ ਤਸਕਰ ਹੋ, ਮੈਨੂੰ ਮਾਫ ਕਰੋ। ਮੈਂ ਇਹ ਸਾਰੇ ਐਲੀਗੇਸ਼ਨ ਵਾਪਸ ਲੈ ਰਿਹਾ।
All my statements and allegations made against you and apologize for the same और मैं माफी मांगदा. The damage caused to your esteem, the hurt caused to your family, friends, well-wishers, followers and loss caused to you is regretted. ਇਹ ਕੇਜਰੀਵਾਲ ਹੈ. ਪੰਜਾਬ ਦੇ ਲੋਕਾਂ ਦੇ ਨਾਲ ਖੜਨ ਵਾਸਤੇ ਲੱਤਾਂ 'ਚ ਜਾਨ ਚਾਹੀਦੀ ਹੈ. ਪੰਜਾਬ ਦੇ ਲੋਕਾਂ ਦੇ ਨਾਲ ਖੜਨ ਵਾਸਤੇ ਆਪਣੇ ਘਰ ਪਰਿਵਾਰ ਆਪਣੇ ਸਿਰ ਤੇ ਕੱਫਣ ਬੰਨਣਾ ਪੈਂਦਾ ਹੈ. ਜਿਹੜਾ ਅਸੀਂ ਬੰਨ ਕੇ ਤੁਰੇ ਆ, ਇਹ ਲੋਕ ਪੰਜਾਬ ਦੀ ਹਿਫਾਜ਼ਤ ਕਰਨ ਦੇ ਕਾਬਿਲ ਨਹੀਂ ਹੈ. ਇਹਨਾਂ ਨੂੰ ਹੁਣ ਆਪਣਾ ਸਟੇਟਸ, ਆਪਣੀ ਸਥਿਤੀ, ਆਪਣੀ ਸੋਚ ਸਪਸ਼ਟ ਕਰਨੀ ਚਾਹੀਦੀ ਕਿ ਅੱਜ ਇਹ ਕਿੱਥੇ ਖੜੇ ਹੈ. ਇਹਨਾਂ ਨੂੰ ਹੁਣ ਜਦ ਵਿਕਰਮ ਮਜੀਠੀਏ ਨੂੰ ਕਿਤਾਬਾਂ ਵਿੱਚ ਲੈ ਲਿਆ ਗਿਆ, ਉਹਦੇ ਤੇ ਪਰਚਾ ਦਰਜ ਕਰ ਦਿੱਤਾ ਗਿਆ ਤੇ ਉਹ ਫਰਾਰ ਹੈ ਤੇ ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ ਸਾਹਮਣੇ ਨਹੀਂ ਆ ਰਿਹਾ, ਤਾਂ ਹੁਣ ਇਹਨਾਂ ਨੂੰ ਪੰਜਾਬ ਦੇ ਲੋਕਾਂ ਤੇ ਮਾਫੀ ਮੰਗਣੀ ਚਾਹੀਦੀ. ਭਗਵੰਤ ਮਾਨ ਜਿਹੜਾ ਉਹਨਾਂ ਦੇ ਨਾਲ ਖੜਾ ਹੈ, ਜੇ ਇਕੱਲਾ ਇੱਕ ਭਗਵੰਤ ਮਾਨ ਹੈ ਜਿਹਨੇ ਕੇਜਰੀਵਾਲ ਨੂੰ ਨਹੀਂ ਕਿਹਾ ਆਮ ਆਦਮੀ ਪਾਰਟੀ ਕਿ ਤੁਸੀਂ ਗਲਤ ਕੀਤਾ ਹੈ, ਤੁਹਾਨੂੰ ਮਾਫੀ ਨਹੀਂ ਮੰਗਣੀ ਚਾਹੀਦੀ ਸੀ. ਅੱਜ ਵੀ ਭਗਵੰਤ ਮਾਨ ਕਹੇ ਕਿ ਕੇਜਰੀਵਾਲ ਦੀ ਗਲਤੀ ਸੀ, ਇਸਨੇ ਮਾਫੀ ਨਹੀਂ ਮੰਗੀ, ਇਸਨੇ ਮਾਫੀ ਮੰਗੀ ਹੈ, ਇਸ ਨੂੰ ਨਹੀਂ ਮੰਗਣੀ ਚਾਹੀਦੀ ਸੀ. ਅੱਜ ਵੀ ਕੇਜਰੀਵਾਲ ਤੇ ਭਗਵੰਤ ਮਾਨ ਪੰਜਾਬ ਦੇ ਲੋਕਾਂ ਤੇ ਮਾਫੀ ਮੰਗ ਲੈਣ ਤਾਂ ਪੰਜਾਬ ਦੇ ਲੋਕ ਖੁੱਲੇ ਦਿਲਾਂ ਵਾਲੇ ਮਾਫ ਕਰ ਦੇਣਗੇ. ਲੇਕਿਨ ਫਿਰ 2 ਮਹੀਨੇ ਬਾਅਦ ਕਿਸੇ ਨੇ ਨਹੀਂ ਕਰਨਾ ਇਹਨਾਂ ਨੂੰ. ਇਹਨਾਂ ਨੇ ਵੀ ਪੰਜਾਬ ਦੇ ਨਾਲ ਮਜੀਠੀਏ ਦੇ ਨਾਲ ਮਿਲ ਕੇ ਧੋਖਾ ਕੀਤਾ. ਇਹ ਇੱਕ ਦਿਨ 'ਚ ਲੈਟਰ ਨਹੀਂ ਬਣੀ. ਇਹ ਦਿੱਲੀ ਦਾ ਜਿਹੜਾ ਹੁਣੇ ਲੀਡਰ ਬੀਜੇਪੀ ਸ਼ਾਮਲ ਹੋਇਆ, ਕਿਆ ਨਾਮ, ਸਿਰਸਾ, ਉਸਨੇ ਇਹਨਾਂ ਦਾ ਬੈਠ ਕੇ ਸਮਝੌਤਾ ਕਰਾਇਆ ਸੀ. ਭਗਵੰਤ ਮਾਨ, ਕੇਜਰੀਵਾਲ, ਉਹਨਾਂ ਦਾ ਸਮਝੌਤਾ ਵਿਕਰਮ ਮਜੀਠੀਏ ਦੇ ਨਾਲ ਸਿਰਸੇ ਨੇ ਕਰਾ ਕੇ ਆਹ ਲੈਟਰ ਜਾਰੀ ਕਰਾਈ ਹੈ ਕੇਜਰੀਵਾਲ ਤੋਂ, ਜਿਹੜੀ ਕਿ ਪੰਜਾਬ ਦੀ ਨੌਜਵਾਨੀ, ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ, ਪੰਜਾਬ ਦੀ ਅਰਥ ਵਿਵਸਥਾ, ਪੰਜਾਬ ਦਾ ਸਮਾਜਿਕ ਜੀਵਨ, ਪੰਜਾਬੀਆਂ ਦੇ ਪਿੱਠ ਦੇ ਵਿੱਚ ਛੁਰਾ ਮਾਰਿਆ ਅੰਦਰ ਖਾਤੇ ਇਹਨਾਂ ਨੇ ਬੈਠ ਕੇ. ਇਸ ਲਈ ਕੇਜਰੀਵਾਲ ਇਸ ਦਾ ਜਵਾਬ ਦੇਵੇ. ਤੇ ਮੈਂ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦਾ ਹਾਂ, ਐਸੀ ਆ ਤੁਹਾਡੀ ਜਿਹੜੀ ਮੁਹਾਵਰਾ ਹੈ ਕਿ ਬਿੱਲੀ ਥੈਲੇ ਤੋਂ ਬਾਹਰ ਆ ਗਈ, ਇਹ ਕੱਢੀ ਹੈ. ਇਹ ਜੀ ਬਿੱਲੀ ਇੱਕ ਕੈਪਟਨ ਰਮਿੰਦਰ ਸਿੰਘ ਵੀ ਹੈ, ਉਹ ਵੀ ਕੱਢੀ ਹੈ. ਉਹ ਵੀ ਹੁਣ ਮਜੀਠੀਏ ਦੇ ਹੱਕ 'ਚ ਬੋਲਦੇ ਆ. ਰਿਸ਼ਤੇਦਾਰੀਆਂ ਯਾਦ ਆ ਗਈਆਂ. ਉਹ ਦਿਨ ਯਾਦ ਨਹੀਂ ਹੈ ਜਿਸ ਦਿਨ ਕਹਿੰਦਾ ਹੁੰਦਾ ਸੀ ਇਹ ਛੋਟਾ ਜਿਹਾ ਬਲੂੰਗੜਾ ਮੈਂ ਇਹਨੂੰ ਦੇਖੂੰਗਾ. ਹੁਣ ਬਲੂੰਗੜੇ ਦੇ ਨਾਲ ਬਿੱਲੀ ਵੀ ਬਾਹਰ ਆ ਗਈ, ਦੋਨੋਂ ਆ ਗਏ ਬਾਹਰ. ਸੋ ਮੈਂ ਕਹਿਣਾ ਚਾਹੁੰਦਾ ਕਿ ਐਸੀ गरीब हो सकते हैं, कमजोर नहीं है. ऐसी पार्टी साडी नैशनलिस्ट है, नेशन के वास्ते हमेशा लड़ी है ते लड़ांगे. ये नैशनल लड़ाई है, ये पूरे सूबे के लोगों की लड़ाई है, ये नौजवानों की लड़ाई है. ऐसी इहदे वास्ते लड़ांगे और वो लोग